ਬਿਸਮਿਲ੍ਲਾ ਜੀ। ਸਲਾਮ ਸਭੇ ਵੇਖਣ ਵਾਲਿਆਂ ਅਤੇ ਚੋਣ ਵਾਲਿਆਂ ਨੂੰ। ਤੁਸੀਂ ਦੇਖ ਰਹੇ ਹੋ ਜਹਾਨੇ ਫਨ ਅਤੇ ਮੈਂ ਤੁਹਾਡਾ ਪ੍ਰੋਨਚਾਰਕ ਮੇਜ਼ਬਾਨ ਮਜਮਾਨ ਹੁਸੈਨ ਸਾਜਿਦ। ਸਾਡੀ ਕੋਸ਼ਿਸ਼ ਹੈ ਕਿ ਹਰ ਲਿਖਣ ਵਾਲੇ ਦੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਇਆ ਜਾਏ। ਅਕਸਰ ਮੁਸ਼ਾਇਰਿਆਂ 'ਤੇ ਤੁਸੀਂ ਕਿਸੇ ਸ਼ਾਇਰ ਨੂੰ ਸੁਣਦੇ ਹੋ, ਤੁਹਾਨੂੰ ਉਹਦੀ ਸ਼ਾਇਰੀ ਬਹੁਤ ਵਧੀਆ ਲੱਗਦੀ ਹੈ, ਲੇਕਿਨ ਮੁਸ਼ਾਇਰਾ ਜੇ ਤੁਹਾਡੇ ਉਹਦੇ ਨਾਲ ਤਾਰਫੀ ਜਾਂ ਫਿਰ ਉਂਝ ਉਹਦੇ ਬਾਰੇ ਗੱਲਬਾਤ ਨਹੀਂ ਹੁੰਦੀ ਤੁਹਾਡੇ ਉਹਦੇ ਨਾਲ। ਇਹ ਇੰਟਰਵਿਊ ਦੇ ਜ਼ਰੀਏ ਤੁਹਾਨੂੰ ਉਹਦੇ ਨਾਲ ਉਹਦੇ ਬਾਰੇ ਜਾਣਨ ਨੂੰ ਮਿਲਦਾ ਹੈ, ਸ਼ਾਇਰ ਦੇ ਯਾਨੀ ਕਿ ਕੀ ਮੁਆਸ਼ੀ ਜ਼ਿੰਦਗੀ ਜਾਂ ਫਿਰ ਉਂਝ ਸ਼ਾਇਰ ਕਿਸ ਤਰ੍ਹਾਂ ਸ਼ਾਇਰੀ ਸ਼ੁਰੂ ਕੀਤੀ ਉਹਨੇ, ਉਹ ਤੁਹਾਨੂੰ ਪਤਾ ਲੱਗਦਾ। ਅਤੇ ਜਿਹੜੇ ਸਾਡੇ ਅੱਜ ਦੇ ਮਹਿਮਾਨ ਨੇ ਉਹ ਬਹੁਤ ਵਧੀਆ ਉਰਦੂ ਵੀ ਸ਼ਾਇਰੀ ਬਹੁਤ ਵਧੀਆ ਲਿਖਦੇ ਨੇ, ਪੰਜਾਬੀ 'ਚ ਵੀ ਬਹੁਤ ਵਧੀਆ ਲਿਖਦੇ ਨੇ। 3 ਕਿਤਾਬਾਂ ਇਹਨਾਂ ਦੀਆਂ ਆ ਚੁੱਕੀਆਂ ਨੇ, ਜਨਾਬ ਮਕਸੂਦ ਵਫਾ ਸਾਹਿਬ। ਅਤੇ ਵਫਾ ਸਾਹਿਬ, ਤੁਹਾਡੇ ਨਾਲ ਪਹਿਲਾ ਸਵਾਲ ਹੈ ਕਿ ਤੁਸੀਂ ਕਿਹੜੀ ਉਮਰ 'ਚ ਆਪਣੀ ਯਾਨੀ ਕਿ ਸ਼ਾਇਰੀ ਦਾ ਆਗਾਜ਼ ਕੀਤਾ ਸੀ? ਕੀ ਤੁਹਾਡੀ ਉਸ ਟਾਈਮ ਉਮਰ ਸੀ? ਯਾਦ ਨਹੀਂ ਯਾਰ ਮੈਨੂੰ, ਇਹ ਨਿੱਕਾ ਜਿਹਾ ਹੀ ਸਾਂ, ਅਤੇ 6ਵੀਂ 7ਵੀਂ 'ਚ। ਤੁਹਾਨੂੰ ਅਦਬੀ ਤਨਜ਼ੀਮਾਂ ਜਾਂ ਫਿਰ ਇੱਥੇ ਲਿਆਉਣ ਵਾਲਾ ਕੌਣ ਹੈ, ਯਾਨੀ ਕਿ ਜਿਹੜਾ ਤੁਹਾਨੂੰ ਇਸ ਤਰਫ ਲੈ ਕੇ ਆਇਆ ਅਦਬੀ ਤਨਜ਼ੀਮਾਂ ਲਿਆ? ਇਹ ਵੀ ਵਕਤ ਹੀ ਹੈ, ਹੌਲੀ ਹੌਲੀ ਵਕਤ ਹੀ ਲੈਂਦਾ। ਯਾਨੀ ਉਹ ਵੀ ਮੈਨੂੰ ਯਾਦ ਨਹੀਂ ਕਿ ਕੌਣ ਸੀ ਜਿਹੜਾ ਲੈ ਕੇ ਆਇਆ ਹੋਏਗਾ। ਬਸ ਉਹ ਤੁਸੀਂ ਤੁਹਾਡੀ ਦਿਲਚਸਪੀ ਹੁੰਦੀ ਹੈ, ਤੁਸੀਂ ਫਿਰ ਸ਼ਾਮਿਲ ਹੁੰਦੇ ਜਾਂਦੇ ਹੋ ਇਹਨਾਂ ਚੀਜ਼ਾਂ 'ਚ। ਅਤੇ ਉਦੋਂ ਵੀ ਅਲਕਾਰ ਬਾਬੇ ਜ਼ੌਕ ਹੁੰਦਾ ਸੀ, ਜਿਸ ਲਈ ਅਸੀਂ 9ਵੀਂ 10ਵੀਂ 'ਚ ਆਏ ਹਾਂ। ਇੱਥੇ ਇਜਲਾਸ ਹੁੰਦੇ ਸਨ ਮਹਿਫਲ ਹੋਟਲ। ਫਿਰ ਹੋਰ ਤਨਜ਼ੀਮਾਂ ਸਨ। ਉਦੋਂ ਐਡਾ ਵੱਡਾ ਸ਼ਹਿਰ ਨਹੀਂ ਸੀ ਲੈਲਪੁਰ, ਅਤੇ ਹੋਟਲ ਹੁੰਦੇ ਸਨ। ਝੰਡੇ ਦਾ ਹੋਟਲ ਹੁੰਦਾ ਸੀ, ਉੱਥੇ ਜ਼ਿਆਦਾ ਦਾਨਿਸ਼ਵਰੀ ਜ਼ਿਆਦਾ ਹੁੰਦੀ ਸੀ, ਉਹਨਾਂ ਦੀਆਂ ਗੱਲਾਂ ਸੁਣੀ ਦੀਆਂ ਸਨ। ਵਿੱਚ ਕੋਈ ਫੰਕਸ਼ਨ ਹੋ ਜਾਂਦਾ ਸੀ, ਲੇਕਿਨ ਬਹੁਤ ਕੋਈ ਵੱਡੀ ਐਕਟੀਵਿਟੀ ਨਹੀਂ ਸੀ ਹੁੰਦੀ। ਹਲਕਾ ਅਲਬਤਾ ਇੱਕ ਐਕਟੀਵਿਟੀ ਹੈਗੀ ਸੀ, ਉਹਦੇ 'ਚ ਚਾਹੀਦਾ ਸੀ। ਅੱਛਾ ਵਫਾ ਸਾਹਿਬ, ਅਕਸਰ ਲੋਕ ਕਹਿੰਦੇ ਨੇ ਕਿ ਪਹਿਲੇ ਬੰਦੇ ਨੂੰ ਇਸ਼ਕ ਹੁੰਦਾ ਹੈ, ਬਾਅਦ 'ਚੋਂ ਸ਼ਾਇਰੀ ਹੁੰਦੀ ਹੈ। ਤੁਹਾਡਾ ਇਹਦੇ ਬਾਰੇ ਕੀ ਖਿਆਲ? ਅਤੇ ਇਸ਼ਕ ਵੀ ਹਮੇਸ਼ਾ ਤੋਂ ਰਿਹਾ ਅਤੇ ਸ਼ਾਇਰੀ ਵੀ ਹਮੇਸ਼ਾ ਤੋਂ ਹੀ ਰਹੀ ਹੈ। ਸਮਝ ਨਹੀਂ ਆਇਆ ਇਸ਼ਕ ਕਦੋਂ ਹੋਇਆ ਅਤੇ ਸ਼ਾਇਰੀ ਕਦੋਂ ਸ਼ੁਰੂ ਹੋਈ ਹੈ। ਇਹ ਦੋਵੇਂ ਇੱਕੋ ਹੀ ਚੀਜ਼ਾਂ ਨੇ, ਇਸ਼ਕ ਔਰ ਸ਼ਾਇਰੀ। ਸਾਨੂੰ ਸ਼ਾਇਰੀ ਨਾਲ ਹੀ ਇਸ਼ਕ ਸੀ ਅਤੇ ਇਸ਼ਕ ਨਾਲ ਹੀ ਸ਼ਾਇਰੀ ਸੀ, ਅਤੇ ਇਸ਼ਕ ਹੁੰਦੇ ਰਹਿੰਦੇ ਨੇ। ਉਹ ਕੋਈ ਐਸੀ ਉਹ ਨਹੀਂ ਗੱਲ ਕਿ ਉਹ ਹੋ ਗਿਆ ਅਤੇ ਬਸ। ਜਿੱਦਾਂ ਸ਼ਾਇਰੀ ਹੁੰਦੀ ਰਹਿੰਦੀ ਹੈ, ਇਸ਼ਕ ਵੀ ਹੁੰਦੇ ਰਹਿੰਦੇ ਨੇ ਕੋਈ। ਲੇਕਿਨ ਇਹ ਕੋਈ ਜ਼ਰੂਰੀ ਨਹੀਂ ਕਿ ਇਸ਼ਕ ਹੋਏ ਅਤੇ ਫਿਰ ਸ਼ਾਇਰੀ ਹੁੰਦੀ। ਤੁਹਾਡੇ ਅੰਦਰ ਕੁਛ ਹੋਏਗਾ ਅਤੇ ਤੁਹਾਨੂੰ ਸ਼ਾਇਰੀ ਤੁਹਾਡਾ ਕੁਛ ਵਿਗਾੜੇਗੀ, ਵਰਨਾ ਤਾਂ ਕੁਛ ਵੀ ਨਹੀਂ ਹੋਏਗਾ। ਅਤੇ ਜਿਹੜੀ ਅੱਜ ਕੱਲ੍ਹ ਤਨਜ਼ੀਮਾਂ ਕੰਮ ਕਰ ਰਹੀਆਂ ਨੇ, ਤੁਹਾਡੇ ਨਜ਼ਦੀਕ ਕਿਹੜੀ ਤਨਜ਼ੀਮ ਹੈ ਜਿਹੜੀ ਅਦਬ ਵਾਸਤੇ ਬਹੁਤ ਵਧੀਆ ਕੰਮ ਕਰ ਰਹੇ ਨੇ? ਯਾਰ ਇਹ ਸਾਰੇ ਹੀ ਚੰਗੇ ਹੁੰਦੇ ਨੇ। ਇੱਕ ਕੰਮ ਤਾਂ ਹੋ ਰਿਹਾ ਨਾ, ਜਿਸ ਤਰ੍ਹਾਂ ਦਾ ਵੀ ਕਰ ਰਹੇ ਨੇ, ਇਹਨਾਂ ਨੂੰ ਮਾੜਿਆਂ ਕਹਿਣਾ ਬਣਦਾ ਹੀ ਨਹੀਂ ਕਿਸੇ ਨੂੰ। ਔਰ ਚਲੋ ਕਿਹੜਾ ਕੋਈ ਬੁਰਾ ਕੰਮ ਕਰ ਰਹੇ ਨੇ, ਇਹ ਘੱਟ ਜਾਂ ਵੱਧ ਜਾਂ ਉਹਨਾਂ ਦੇ ਆਪਣੇ ਕੋਈ ਦਾਲ ਦਲੀਏ ਹੋਣਗੇ ਅਤੇ ਉਹ ਜਾਣਨ। ਲੇਕਿਨ ਤੁਹਾਨੂੰ ਮੈਨੂੰ ਤਾਂ ਫਾਇਦਾ ਹੀ ਪਹੁੰਚਦਾ ਨਾ, ਅਦਬ ਨੂੰ ਤਾਂ ਫਾਇਦਾ ਹੀ ਪਹੁੰਚਦਾ ਨਾ। ਅਤੇ ਕੋਈ ਖ਼ਾਸ ਤਨਜ਼ੀਮ ਦਾ ਨਾਂ ਲੈਣਾ ਜਾਂ ਉਹ ਕਰਨਾ, ਮੇਰਾ ਨਹੀਂ ਖਿਆਲ ਕਿ ਸਭ ਠੀਕ ਨੇ। ਲੇਕਿਨ ਜ਼ਾਹਿਰ ਹੈ ਇੱਕ ਅਦਾਰਾ ਜਿਹੜਾ ਉਹ ਹਲਕਾ ਅਰਬਾਬੇ ਜ਼ੌਕ ਹੀ ਹੈ ਇਸ ਪਾਕਿਸਤਾਨ 'ਚ, ਜਿਹਦੇ 'ਚ ਮੁਖਤਲਿਫ ਉਲ ਖਿਆਲ ਲੋਕ ਇੱਕ ਜਗ੍ਹਾ ਬਹਿੰਦੇ ਨੇ ਆਪਸ 'ਚ ਇਖਤਲਾਫਾਤ ਦੇ ਬਾਵਜੂਦ ਵੀ। ਇਹ ਬੜੀ ਵੱਡੀ ਖੂਬੀ ਹੈ ਹਲਕਾ ਅਰਬਾਬੇ ਜ਼ੌਕ ਦੀ, ਔਰ ਉਹ ਚੱਲੀ ਜਾ ਰਿਹਾ ਇੰਨੇ ਸਾਲਾਂ ਤੋਂ। ਇੱਥੇ ਸਾਡੇ ਸ਼ਹਿਰ ਲੈਲਪੁਰ 'ਚ ਉਹਨੂੰ 50 ਸਾਲ ਹੋ ਗਏ ਨੇ, ਔਰ ਉਹ ਚੱਲ ਰਿਹਾ ਇਹ ਵੱਡੇ ਅਦਾਰੇ ਦੀ। ਇਸੇ ਤਰ੍ਹਾਂ ਦੂਸਰੇ ਸ਼ਹਿਰਾਂ 'ਚ ਵੀ, ਲਾਹੌਰ ਵੀ, ਇਸਲਾਮਾਬਾਦ ਵੀ, ਪਿੰਡੀ ਵੀ, ਕਰਾਚੀ ਵੀ, ਹਰ ਜਗ੍ਹਾ 'ਤੇ, ਦੁਨੀਆ 'ਚ, ਬਲਕਿ ਪੂਰੀ ਦੁਨੀਆ 'ਚ। ਅਤੇ ਬਾਕੀ ਜਿਹੜੀਆਂ ਪ੍ਰਾਈਵੇਟ ਤਨਜ਼ੀਮਾਂ ਨੇ ਉਹ ਵੀ ਠੀਕ ਨੇ, ਉਹ ਵੀ ਐਕਟੀਵਿਟੀ ਕਰਦੀਆਂ। ਐਪਰੀਸ਼ੀਏਟ ਕਰਨਾ ਮੈਂ ਤਾਂ ਸਭ ਇਹਨਾਂ ਦੇ ਹੌਸਲਾ ਅਫਜ਼ਾਈ ਕਰਨੀ ਚਾਹੀਦੀ। ਅਤੇ ਵਫਾ ਸਾਹਿਬ, ਤੁਹਾਨੂੰ ਮੁਸ਼ਾਇਰੇ ਕਿੱਦਾਂ ਦੇ ਲੱਗਦੇ ਨੇ? ਯਾਨੀ ਕਿ ਜਿਹੜੇ ਮੁਸ਼ਾਇਰੇ ਹੁੰਦੇ ਨੇ ਕਿੱਦਾਂ ਦੇ ਲੱਗਦੇ ਨੇ ਤੁਹਾਨੂੰ? ਮੁਸ਼ਾਇਰਾ ਇੱਕ ਬੜੀ ਅੱਛੀ ਚੀਜ਼ ਸੀ, ਇੱਕ ਵੈਲਿਊ ਸੀ ਇਹਦੀ ਕਿਸੇ ਜ਼ਮਾਨੇ 'ਚ। ਬਲਕਿ ਉਦੋਂ ਵੀ ਵਿੱਚ ਇਸ ਤਰ੍ਹਾਂ ਦੇ ਹੁੰਦੇ ਨੇ। ਇਹ ਜ਼ਿਆਦਾਤਰ ਜਿਹੜਾ ਨਾ ਪਰਫੋਰਮਿੰਗ ਆਰਟ ਸ਼ਾਮਿਲ ਹੋ ਗਿਆ ਇਹਦੇ 'ਚ, ਕਿ ਤੁਸੀਂ ਕਰਕੇ ਸ਼ਾਇਰੀ ਜਿਹੜੀ ਹੈ ਨਾ, ਪੜ੍ਹ ਕੇ ਨਹੀਂ, ਸੁਣਾ ਕੇ ਨਹੀਂ, ਬਲਕਿ ਕਰਕੇ ਵੀ ਦਿਖਾਉਣੀ ਪੈਂਦੀ। ਅਤੇ ਉਹ ਹਰ ਦੌਰ 'ਚ ਇਸ ਤਰ੍ਹਾਂ ਦੇ ਸ਼ਾਇਰ ਆ ਜਾਂਦੇ ਨੇ ਜਿਹੜੀ ਟੈਂਪਰੇਰੀ ਫੇਜ਼ ਵਿੱਚ ਅਤੇ ਬਹੁਤ ਅੱਛੇ ਲੱਗਦੇ ਨੇ, ਲੇਕਿਨ ਜਿਸਲੇ ਟਾਈਮ ਲੰਘ ਜਾਂਦਾ ਫਿਰ ਹੌਲੀ ਹੌਲੀ ਉਹਨਾਂ 'ਤੇ ਘਟਾ ਪੈਣਾ ਸ਼ੁਰੂ ਹੋ ਜਾਂਦਾ। ਅਤੇ ਕੋਈ ਬੰਦਾ ਕਹਿੰਦਾ ਸੀ ਬਹੁਤ ਅੱਛਾ ਸ਼ਾਇਰ ਹੈ, ਅਤੇ ਉਹ ਕਹਿੰਦਾ ਸੀ ਇਹ ਫਨੂਨ 'ਚ ਛਪਿਆ,
ਉਹ ਰਾਖ 'ਚ ਛਪਿਆ, ਯਾਨੀ ਉਹ ਇੱਕ ਐਡੀਟਰ ਦਾ ਜਾਂ ਤਰਬੀਅਤ ਦਾ ਰੋਲ ਨਿਕਲ ਗਿਆ ਵਿੱਚੋਂ। ਉਹਨੇ ਆਪੇ ਹੀ ਆਪਣੇ ਉਸਤਾਦ ਨੇ, ਆਪੇ ਹੀ ਆਪਣੇ ਅੱਬੇ ਨੇ, ਆਪੇ ਹੀ ਆਪਣੀਆਂ ਔਲਾਦਾਂ ਨੇ ਕਈ, ਅਤੇ ਉਹ ਫਿਰ ਜ਼ਾਹਿਰ ਹੈ ਉਸ ਤਰ੍ਹਾਂ ਦੀਆਂ ਹੀ ਚੀਜ਼ਾਂ ਆਉਣੀਆਂ। ਲੇਕਿਨ ਇਹ ਕੋਈ ਮਾਯੂਸੀ ਦੀ ਗੱਲ ਨਹੀਂ ਹੈ, ਇਹ ਹੁੰਦਾ ਇਸ ਤਰ੍ਹਾਂ ਹੁੰਦਾ। ਔਰ ਹੁਣ ਸ਼ਾਇਦ ਇਸ ਤੋਂ ਹੁੰਦਾ ਕਿ ਸਾਨੂੰ ਜਲਦੀ ਜਲਦੀ ਪਤਾ ਲੱਗਦਾ ਪਿਆ ਕਿ ਮੀਡੀਆ ਫਾਸਟ ਹੈ, ਜਲਦੀ ਨਾਲ ਚੀਜ਼ ਆਉਂਦੀ ਹੈ, ਜਲਦੀ ਡਿਸਅਪੀਅਰ ਹੋ ਜਾਂਦੀ ਹੈ। ਬਾਕੀ ਸਾਰਿਆਂ ਨੂੰ ਪਤਾ ਹੈ, ਹਰ ਇੱਕ ਨੂੰ ਪਤਾ ਚੱਲ ਰਿਹਾ ਕਿ ਕੌਣ ਕੀ ਕਰ ਰਿਹਾ। ਇਹ ਇਹਦਾ ਸਭ ਤੋਂ ਵੱਡਾ ਫਾਇਦਾ, ਯਾਨੀ ਕੋਈ ਗਲਤ ਫਹਿਮੀ 'ਚ ਰਹਿਣ ਦੀ ਜ਼ਰੂਰਤ ਨਹੀਂ ਹੈ। ਹਰ ਇੱਕ ਦਾ ਹਰ ਇੱਕ ਨੂੰ ਪਤਾ ਹੈ। ਇਹ ਇਸ ਦੌਰ ਦੇ ਮੀਡੀਆ ਦਾ ਉਹ ਚੰਗਾ ਮਾੜਾ, ਲੇਕਿਨ ਉਹਦਾ ਸਭ ਤੋਂ ਵੱਡਾ ਫਾਇਦਾ ਹੈ ਉਹਦੀ ਨਾਲ ਇੱਕ ਕੀ ਕਹਿਣਾ ਚਾਹੀਦਾ, ਕਲਾਸੀਫਿਕੇਸ਼ਨ ਹੋ ਰਹੀ ਹੈ ਆਪੇ ਇਹ ਅੱਛੀ ਚੀਜ਼ ਹੈ। ਜੀ, ਤੇ ਤੁਸੀਂ ਆਪਣੇ ਕਿਹੜੇ ਆਈਡੀਅਲ ਤੋਂ ਮੁਤਾਸਰ ਹੋ ਗਏ ਨੇ ਕਿ ਸ਼ਾਇਰੀ ਸ਼ੁਰੂ ਕੀਤੀ ਹੈ? ਕਿਹੜੇ ਆਈਡੀਅਲ ਤੋਂ ਤੁਸੀਂ ਆਪਣੇ ਜਿਹੜਾ ਜਿਲੇ ਬੰਦਾ ਸ਼ਾਇਰੀ ਸ਼ੁਰੂ ਕਰਦਾ ਉਸ ਵੇਲੇ ਉਹਨੂੰ ਪਤਾ ਹੀ ਨਹੀਂ ਹੁੰਦਾ ਕੌਣ ਆਈਡੀਅਲ ਹੈ ਕੀ ਹੈ, ਉਹਦਾ ਆਪਣਾ ਆਪ ਹੁੰਦਾ। ਯਾਨੀ 7ਵੀਂ 8ਵੀਂ ਤੱਕ ਤੇ ਮੈਨੂੰ ਲੱਗਦਾ ਸੀ ਮੇਰੇ ਇਲਾਵਾ ਸ਼ਾਇਰੀ ਕੋਈ ਨਹੀਂ ਦੁਨੀਆ 'ਚ, ਬਸ ਜਾਂ ਗਾਲਬ ਗੂਲਬ ਨੇ, ਕਿਉਂਕਿ ਉਹ ਕੋਰਸ 'ਚ ਸਨ, ਉਹ ਪੜ੍ਹੀਦੇ ਸਨ ਅਤੇ ਉਹਨਾਂ ਤੋਂ ਜ਼ਾਹਿਰ ਹੈ ਅਸੀਂ ਮੁਤਾਸਰ ਸਾਂ ਜਿੰਨੇ ਵੀ ਕੋਰਸਿਸ 'ਚ ਹੁੰਦੇ। ਫਿਰ ਅੱਗੇ ਆਏ, ਫਿਰ ਕਿਤਾਬਾਂ ਲੱਭੀਆਂ, ਫਿਰ ਪਤਾ ਚੱਲਿਆ ਕਿ ਨਹੀਂ ਯਾਰ ਹੈ ਅਤੇ ਬੜੇ ਸ਼ਾਇਰ ਨੇ। ਫਿਰ ਪਤਾ ਚੱਲਿਆ ਕਿ ਜੋ ਅਸੀਂ ਕਰ ਰਹੇ ਹਾਂ ਇਹ ਤਾਂ ਕੁਛ ਵੀ ਨਹੀਂ ਹੈ, ਇਹ ਤਾਂ ਤਰਬੀਅਤ ਹੈ ਬਾਕਾਇਦਾ, ਹੋਰ ਪੜ੍ਹਨਾ ਚਾਹੀਦਾ। ਫਿਰ ਤੁਹਾਡੇ ਜਿਹੜੇ ਕਲਾਸਿਕ ਹੈ ਉਹ ਤਾਂ ਤੁਹਾਡੇ ਸਾਰੇ ਹੀ ਉਸਤਾਦ ਨੇ। ਮਤਲਬ ਮੀਰ ਉਸਤਾਦ ਹੈ ਸਾਡਾ, ਗਾਲਬ ਉਸਤਾਦ ਹੈ, ਆਤਸ਼ ਉਸਤਾਦ ਹੈ, ਦਾਗ, ਮੋਮਨ, ਇਕਬਾਲ, ਫੈਜ਼, ਇਹ ਤਾਂ ਸਾਰੇ ਜਿੰਨ ਸਨ ਨਾ ਜਿਹੜੇ ਇੰਝ ਖੜੇ ਸਨ ਜਿਸ ਲਈ ਵੀ ਤੁਸੀਂ ਅੱਖ ਖੋਲ੍ਹਦੇ ਹੋ। ਫਿਰ ਹੌਲੀ ਹੌਲੀ ਤੁਹਾਨੂੰ ਪਤਾ ਚੱਲਦਾ ਹੈ ਕਿ ਯਾਰ ਨਹੀਂ ਹੈ, ਮਜੀਦ ਅਮਜਦ ਸ਼ਾਇਰ ਹੈ ਵੀ, ਇਹ ਨੂਨ ਮੀਮ ਰਾਸ਼ਿਦ ਵੀ ਸ਼ਾਇਰ ਹੈ, ਇਹ ਜਿਹੜਾ ਮੀਰਾ ਜੀ ਹੈ ਇਹ ਵੀ ਸ਼ਾਇਰ ਹੈ, ਇਹ ਅਖਤਰ ਹੁਸੈਨ ਜਾਫਰੀ ਸਾਹਿਬ ਵੀ ਸ਼ਾਇਰ ਨੇ। ਅਤੇ ਉਹ ਫਿਰ ਤੁਹਾਡੀ ਆਈਡੀਅਲ ਜਿਹੜਾ ਉਸ ਨਹੀਂ ਰਹਿੰਦਾ। ਫਿਰ ਹੋਰ ਤਰ੍ਹਾਂ ਵੀ ਤੁਸੀਂ ਮੁਤਾਸਰ ਹੁੰਦੇ ਰਹਿੰਦੇ ਹੋ। ਮਤਲਬ ਜੌਨ ਏਲੀਆ ਮੈਨੂੰ ਬੜਾ ਅੱਛਾ ਲੱਗਾ, ਯਾਨੀ ਨੋਟ ਹੈ ਕਿ ਉਹ ਕੋਈ, ਮੈਂ ਉਹਨਾਂ ਨੂੰ ਇਹ ਸਮਝਾਂ ਕਿ ਉਹ ਕੋਈ ਬਹੁਤ ਜਿੰਨ ਚੀਜ਼ ਨੇ ਜਾਂ ਤੋਪ ਚੀਜ਼ ਨੇ, ਲੇਕਿਨ ਉਹਨਾਂ ਨੇ ਇਹ ਸਾਰੀ ਨਸਲ ਉਹਦੇ ਥੱਲੇ ਹੈ। ਮਤਲਬ ਜੌਨ ਏਲੀਆ ਨੇ ਇਹਨਾਂ ਨੂੰ ਜਿਹੜਾ ਨਾ ਤਰਬੀਅਤ ਵੀ ਕਰਤੀ ਹੈ ਜਾਂ ਬਰਬਾਦ ਵੀ ਕਰਤਾ ਉਹਨਾਂ ਨੂੰ। ਮੈਨੂੰ ਨਹੀਂ ਸਮਝ ਆਉਂਦੀ ਪਈ ਕੀ ਕੀਤਾ ਉਹਨੇ। ਬਹਰਹਾਲ ਇਸ ਐਤ 'ਤੇ ਜੌਨ ਏਲੀਆ ਦਾ ਨਾਮ ਹੈ ਸਭ ਤੋਂ ਵੱਡਾ, ਔਰ ਜ਼ਾਹਿਰ ਹੈ ਉਹਦੇ ਤੋਂ ਮੁਤਾਸਰ ਵੀ ਹੋਏ ਸਾਂ ਅਸੀਂ। ਓਰੀਜਨਲ ਆਦਮੀ ਸੀ ਉਹ, ਜਿਸਲੇ ਕਹਿੰਦਾ ਸੀ ਖੂਨ ਥੂਕਾ ਹੈ ਦਾਤ ਪਾਈ ਹੈ, ਅਤੇ ਸਮਝ ਆਉਂਦੀ ਸੀ। ਹੁਣ ਇੱਥੇ ਜੋ ਜਿੰਨਾ ਮਰਜ਼ੀ ਕੋਈ ਖੰਗੀ ਜਾਏ, ਕੋਈ ਸਮਝ ਨਹੀਂ ਆਉਂਦੀ ਕਿ ਵੀ ਇਹਨੂੰ ਤਕਲੀਫ ਕੀ ਹੈ। ਅਤੇ ਕੁਛ ਚੀਜ਼ਾਂ ਇਸ ਤਰ੍ਹਾਂ ਦੀਆਂ ਵੀ ਹੋਈਆਂ। ਬਾਕੀ ਪਸੰਦ ਆਉਂਦੇ ਰਹਿੰਦੇ ਨੇ, ਬਹੁਤ ਸਾਰੇ ਲੋਕ ਮੈਨੂੰ ਪਸੰਦ ਨੇ, ਨਵੇਂ ਪੁਰਾਣੇ, ਅੱਜ ਦੇ ਸ਼ਾਇਰ ਵੀ ਬਹੁਤ ਜ਼ਿਆਦਾ ਪਸੰਦ ਨੇ। ਜਿਹੜੇ ਅੱਜ ਕੱਲ੍ਹ ਦੇ ਲਿਖਣ ਵਾਲੇ ਨੇ ਤੁਸੀਂ ਇਹਨਾਂ ਤੋਂ ਮੁਤਾਸਰ ਹੋ? ਇਹਨਾਂ ਨੂੰ ਜ਼ਾਹਿਰ ਹੈ ਇਹਨਾਂ 'ਚ ਬੜੇ ਅੱਛੇ ਬੱਚੇ ਵੀ ਨੇ, ਔਰ ਉਹਨਾਂ ਤੋਂ ਮੁਤਾਸਰ ਹੋਣਾ ਵੀ ਚਾਹੀਦਾ। ਮੁਤਾਸਰ ਹੁੰਦਾ ਯਾਨੀ ਉਹਨਾਂ ਦੀ ਅੱਛੀ ਲੱਗਦੀ ਹੈ ਮੈਨੂੰ ਸ਼ਾਇਰੀ। ਉਹ ਕਈਆਂ ਦੀ ਅੱਛੀ ਤਰਬੀਅਤ ਹੈ ਨਾ। ਅਮਾਰ ਇਕਬਾਲ ਹੈ, ਮੈਂ ਉਹਦਾ ਨਾਂ ਲਵਾਂਗਾ। ਉਹ ਸਾਰਾ ਕੁਛ ਕਰਦਾ, ਉਹ ਮੁਸ਼ਾਇਰਿਆਂ 'ਚ ਵੀ ਜਾਂਦਾ, ਹਰ ਚੀਜ਼ ਹੈ, ਲੇਕਿਨ ਉਹਦੀਆਂ ਕਿਤਾਬਾਂ ਹੈ ਸਭ ਤੋਂ ਪਹਿਲੇ ਕਿ ਜਿਹਦੇ 'ਚੋਂ ਤੁਸੀਂ ਉਹਨੂੰ ਜੱਜ ਕਰਦੇ ਹੋ। ਉਮੈਰ ਹੈ, ਉਮੈਰ ਨਜ਼ਮੀ ਹੈ, ਮੈਂ ਇਹਨੂੰ ਅੱਛਾ ਰੀਡ ਕਰਨਾ। ਹੋਰ ਕਈ ਬੱਚੇ ਨੇ ਸਾਡੇ ਸ਼ਹਿਰ ਦੇ ਨੇ, ਕਿੰਨੇ ਅੱਛੇ ਲੋਕ ਜਿਹੜੇ ਸੰਜੀਦਾ ਨੇ। ਅਜਮਲ ਸਰੋਸ਼ ਹੈ, ਫਿਰ ਆਪਣਾ ਉਹ ਜਿਹੜਾ ਇੱਕ ਮੁੰਡਾ ਯਾਰ ਜਿਹੜਾ ਉਹ ਕੰਪੇਅਰਿੰਗ ਕਰਦਾ ਸਾਨੂੰ, ਉਹਦਾ ਨਾਂ ਹੀ ਭੁੱਲ, ਮੁਦੱਸਰ ਅਬਾਸ ਹੈ। ਯਾਨੀ ਉਹਦੇ ਵਿਊਜ਼ ਬਹੁਤ ਕਲੀਅਰ ਨੇ। ਬਾਕੀ ਜਿਹੜੀ ਨਸਲ ਹੈ ਉਹਦੇ ਲਈ ਵਿਚਾਰੀ ਲਈ ਮੁਸ਼ਾਇਰਾ ਸਾਰਾ ਕੁਛ ਹੈ। ਉਹ ਕਹਿੰਦੀ ਹੈ ਕਿ ਬਸ ਮੁਸ਼ਾਇਰਾ ਪੜ੍ਹਾ ਦਿਓ, ਹੋਰ ਜੋ ਮਰਜ਼ੀ ਕਰ ਲਓ। ਨਾ ਅਸੀਂ ਕਿਤਾਬ ਛਪਵਾਉਣੀ ਹੈ, ਨਾ ਅਸੀਂ ਕਿਸੇ ਨੂੰ ਮੰਨਦੇ ਹਾਂ, ਨਾ ਅਸੀਂ ਕੁਛ ਕਰਨੇ ਆ। ਸਾਨੂੰ ਜ਼ਰਾ ਖੁੱਲ੍ਹੀ ਜਿਹੀ ਜਗ੍ਹਾ ਦਿਓ, ਅਸੀਂ ਉੱਥੇ ਬਾਜ਼ੀਆਂ ਪਾਉਣੀਆਂ ਅਤੇ ਸਾਨੂੰ ਮੁਸ਼ਾਇਰੇ ਦਿਓ। ਉਹਦੇ ਲਈ ਫਿਰ ਉਹ ਕਰ ਹੀ ਜਾਂਦੇ ਨੇ ਜੋ ਕੁਛ। ਉਹਦਾ ਭੁਗਤਾਨ ਉਹ ਖੁਦ ਭੁਗਤਦੇ ਵੀ ਹੈ ਔਰ ਲੇਕਿਨ ਕੁਛ ਲੋਕਾਂ ਨੂੰ ਸਮਝ ਆ ਰਹੀ ਹੈ, ਉਹ ਹੌਲੀ ਹੌਲੀ ਆਉਂਦੀ ਹੈ। ਸਾਡੇ ਦੌਰ 'ਚ ਵੀ ਇਸ ਤਰ੍ਹਾਂ ਦੇ ਕਾਫੀ ਊਂਚ ਨੀਚ। ਅੱਛਾ ਓਵਰਆਲ ਮਾਯੂਸੀ ਨਹੀਂ ਹੈ। ਨੌਜਵਾਨ ਉਹਨਾਂ ਦੀ ਡਿਕਸ਼ਨ ਉਹਨਾਂ ਨੇ ਨਵੀਂ ਹੈ, ਉਹਨਾਂ ਦਾ
ਜਜ਼ਬਾ ਬੜਾ ਫਰੈਸ਼ ਹੈ ਉਹਨਾਂ ਦੇ ਵਿੱਚ, ਪੜ੍ਹਨ ਲਿਖਣ ਦਾ ਵੀ ਕਈਆਂ 'ਚ ਬਹੁਤ ਹੈ। ਇਹ ਮਿਕਸ ਜਿਹੀ ਆਉਂਦੀ ਹੈ। ਬਾਕੀ ਇਸ ਤਰ੍ਹਾਂ ਵੀ ਹੁੰਦਾ ਹੈ ਜਿਸ ਤਰ੍ਹਾਂ ਹੋ ਰਿਹਾ, ਔਰ ਬਾਅਦ ਔਕਾਤ ਅਫਸੋਸਨਾਕ ਹੈ। ਬੇਵਫਾ ਸਾਹਿਬ, ਸ਼ਾਇਰੀ ਨੇ ਤੁਹਾਡੇ ਮਾਸ਼ੀ ਮਾਮਲਾਤ 'ਚ ਕੀ ਦਖਲ ਦਿੱਤਾ? ਇਹਨੇ ਤੁਹਾਨੂੰ ਫਾਇਦਾ ਦਿੱਤਾ ਹੈ, ਨੁਕਸਾਨ? ਦੇਖੋ ਜੀ, ਇਹ ਮੈਂ ਜਿਹੜੇ ਸ਼ੇਰ ਕਹਿਣਾ ਸ਼ੁਰੂ ਕੀਤਾ ਸੀ, ਮੇਰੇ ਕੋਲੋਂ ਤਾਂ ਭਾਵੇਂ ਕੋਈ ਨਾਮ ਹੀ ਸੁਣਦਾ ਤੇ ਮੈਂ ਫੇਰ ਵੀ ਸ਼ਾਇਰੀ ਕਰਨੀ ਸੀ, ਬਜਾਏ ਇਹਦੇ ਕਿ ਮੁਆਸ਼ੀ ਮਾਮਲਾਤ ਇਹਦੇ ਨਾਲ ਵਾਬਸਤਾ ਕਰੋ। ਜ਼ਿਆਦਾਤਰ ਹਾਲਤ ਉਹਨਾਂ ਦੀ ਹੀ ਪਤਲੀ ਹੈ, ਜਾਂ ਉਹੀ ਤੁਹਾਨੂੰ ਲੱਗਣਗੇ ਵਿਚਾਰੇ ਉੱਚ ਮੱਚ ਕੇ, ਜਾਂ ਜਿਨ੍ਹਾਂ ਨੇ ਇਹਨੂੰ ਕਮਰਸ਼ੀਅਲ ਕਰ ਲਿਆ। ਸ਼ਾਇਰੀ ਇਸ ਦਰਜੇ ਦੀ ਕਮਰਸ਼ੀਅਲ ਨਹੀਂ ਹੁੰਦੀ। ਮਤਲਬ ਮੈਨੂੰ ਕਵੇ ਕਿ ਕੋਈ ਕਹਿੰਦਾ ਕਿ ਮੈਨੂੰ ਤਾਂ ਚਲੋ ਫੇਰ ਵੀ ਬਹੁਤ ਕੁਛ ਲੱਭਿਆ, ਮੈਨੂੰ ਬਹੁਤ ਇੱਜ਼ਤ ਲੱਭੀ, ਮੈਂ ਅੱਧੀ ਦੁਨੀਆ ਫਿਰੀ, ਮੈਂ ਸਾਰਾ ਕੁਛ ਕੀਤਾ, ਲੇਕਿਨ ਇਹ ਨਾ ਵੀ ਲੱਭਦੀ ਤੇ ਮੈਂ ਸ਼ਾਇਰੀ ਛੱਡ ਦੇਣੀ ਸੀ ਕਿਆ? ਜਾਂ ਮੈਂ ਇਹਦੇ ਤੋਂ ਮੈਂ ਆਪਣੀ ਮਿਹਨਤ ਕੀਤੀ ਹੈ, ਜਿਸ ਤਰ੍ਹਾਂ ਇੱਕ ਆਮ ਇਨਸਾਨ ਮਿਹਨਤ ਕਰਦਾ। ਮੈਂ ਅੱਛੀ ਜੌਬ ਕੀਤੀ, ਪੜ੍ਹੇ, ਲੇਕਿਨ ਮੈਂ ਨਹੀਂ ਸਮਝਦਾ ਕਿ ਮੁਆਸ਼ੀ ਤੌਰ 'ਤੇ ਤੁਸੀਂ, ਹਾਂ ਇਹਦਾ ਫ਼ਾਇਦਾ ਹੋ ਸਕਦਾ ਤੁਹਾਨੂੰ, ਹੁੰਦਾ ਵੀ ਹੈ, ਲੇਕਿਨ ਇਹ ਕੋਈ ਮੇਨ ਆਬਜੈਕਟ ਨਹੀਂ ਹੈ ਮੇਰਾ ਕਿ ਇਹਦੇ ਤੋਂ ਮੈਂ ਪੈਸੇ ਕਮਾਣੇ ਨੇ ਜਾਂ ਇਹਦੇ ਤੋਂ ਕੋਈ ਦੁਨੀਆ ਦਾ ਫਾਇਦਾ ਚੁੱਕਣਾ। ਯਾਰ ਇਹ ਤਾਂ ਮੇਰੀ ਐਸੀ ਤੇ ਮੈਂ ਵੈਸੇ ਹੀ ਇਬਾਦਤ ਦਾ ਦਰਜਾ ਦਿੰਦਾ। ਇਹ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ ਮੇਰੇ ਨਜ਼ਦੀਕ। ਇਹ ਇੱਕ ਐਸੀ ਚੀਜ਼ ਹੈ ਜਿਹਦਾ ਮੇਰੀ ਰੂਹ ਨਾਲ ਤਅਲਕ ਹੈ, ਔਰ ਜਿਹਦਾ ਰੂਹ ਨਾਲ ਤਅਲਕ ਹੋਏਗਾ ਉਹ ਤਾਂ ਹਰ ਸੂਰਤ ਤੁਸੀਂ ਕਰੋਗੇ। ਉਹਦੇ ਨਾਲ ਇੱਕ ਟਕਾ ਨਾ ਲੱਭੇ ਜਾਂ ਤੁਹਾਨੂੰ ਪੂਰੀ ਦੁਨੀਆ ਲੱਭ ਜਾਏ, ਇਹ ਮੇਰੀ ਕੰਸੀਡਰੇਸ਼ਨ ਨਹੀਂ ਹੈ। ਮੈਨੂੰ ਇਹ ਅੱਛਾ ਲੱਗਦਾ, ਮੇਰੀ ਇਹ ਜ਼ਿੰਦਗੀ ਦੀਆਂ ਸੱਚਾਈਆਂ ਇਹਦੇ ਨਾਲ ਵਾਬਸਤਾ ਹੈ। ਇਹ ਜਿਹੜਾ ਇਜ਼ਨੇ ਗੋਇਆਈ ਹੈ, ਬਜਾਏ ਖੁਦ ਇੱਕ ਬਹੁਤ ਵੱਡੀ ਨਿਅਮਤ ਹੈ। ਮੁਆਸ਼ ਤੇ ਬਹੁਤ ਛੋਟੀ ਚੀਜ਼ ਹੈ। ਵਫਾ ਸਾਹਿਬ, ਤੁਸੀਂ ਉਰਦੂ ਸ਼ਾਇਰੀ ਤੋਂ ਸਟਾਰਟ ਕੀਤਾ ਸੀ ਤੇ ਤੁਹਾਨੂੰ ਪੰਜਾਬੀ ਲੈ ਕੇ ਆਉਣ ਵਾਲਾ ਕੌਣ ਹੈ? ਤੁਸੀਂ ਆਪੇ ਹੀ ਖਿਆਲ ਹੈ ਕਿ ਨਹੀਂ, ਮੈਂ ਪੰਜਾਬੀ ਤੋਂ ਵੀ ਉਸਨੇ ਸਟਾਰਟ ਕੀਤਾ। ਮੈਂ ਅਸਲ 'ਚ ਹੋਇਆ ਇਹ ਹੈ ਕਿ ਉਹਦੇ 'ਚ ਮੇਰੀ ਆਪਣੀਆਂ ਵੀ ਹੋਏਗੀ ਕੁਛ ਦਖਲ ਅਮਲ। ਮੈਂ ਪੰਜਾਬੀ ਸੁਣਾਇਆ ਨਹੀਂ, ਉਰਦੂ ਜ਼ਿਆਦਾ ਸੁਣਾਇਆ, ਲੇਕਿਨ ਮੈਂ ਲਿਖਦਾ ਸ਼ੁਰੂ ਤੋਂ ਹੀ ਸਾਂ। ਬਾਕੀ ਇੱਥੇ ਲੈ ਕੇ ਕਿੰਨੇ ਆਉਣਾ ਹੈ, ਜਿਹੜੀਆਂ ਚੀਜ਼ਾਂ ਤੁਹਾਨੂੰ ਪੰਜਾਬੀ 'ਚ ਲਿਖਣੀਆਂ ਨਾ, ਉਹਨਾਂ ਨੇ ਇਹੀ ਕਹਿਣਾ ਕਿ ਕੁਝ ਜਜ਼ਬੇ ਐਸੇ ਆ ਉਹ ਪੰਜਾਬੀ 'ਚ ਹੀ ਆਉਣਗੇ ਤੁਹਾਡੇ। ਬਾਕੀ ਉਰਦੂ ਦੀ ਮੇਰੀ ਤਰਬੀਅਤ ਬੜੀ, ਯਾਨੀ 6ਵੀਂ 7ਵੀਂ ਤੋਂ ਤੁਸੀਂ ਕਲਾਸਿਕ ਪੜ੍ਹਨਾ ਸ਼ੁਰੂ ਕੀਤਾ ਹੋਏ, ਤੁਹਾਨੂੰ ਹਾਓ ਨਾ ਹੁੰਦੀ ਜਾਂਦੀ ਹੈ, ਜ਼ੁਬਾਨ ਨਾਲ ਪਿਆਰ ਹੁੰਦਾ ਹੈ, ਉਹਦੀ ਨਫਸਿਆਤ ਦਾ ਪਤਾ ਚੱਲਦਾ ਹੈ, ਉਹਦਾ ਕਲਚਰ ਪਤਾ ਚੱਲਦਾ ਹੈ। ਉਰਦੂ ਦੀਆਂ ਫਿਰ ਕਿਤਾਬਾਂ ਛਪ ਗਈਆਂ, ਫਿਰ ਐਪਰੀਸੀਏਸ਼ਨ ਵੀ ਉਹਦੇ 'ਚ ਹੋਈ। ਉਹ ਇਸ ਕਰਕੇ ਮੈਂ ਵਰਨਾ ਪੰਜਾਬੀ ਦੀ ਵੀ ਕਿਤਾਬ ਤਿਆਰ ਹੈ, ਉਹ ਮੈਨੂੰ ਛਾਪਣੀ ਚਾਹੀਦੀ ਹੈ, ਮੇਰੇ 'ਤੇ ਕਰਜ਼ ਹੈ। ਅਤੇ ਉਹ ਸਭ ਤੋਂ ਪਹਿਲੇ ਤਾਂ ਮਾਂ ਬੋਲੀ ਹੈ, ਉਹਦੀ ਹੀ ਖਿੱਚ ਹੁੰਦੀ ਹੈ ਤੁਹਾਨੂੰ। ਹੁਣ ਮੈਂ ਤੂੰ ਕਹਿ ਕਿ ਉਰਦੂ 'ਚ ਕਰਨਾ ਹੈ ਕਿ ਪੰਜਾਬੀ 'ਚ ਕਰਨਾ, ਮੈਂ ਕਿਹਾ ਯਾਰ ਤੂੰ ਪੰਜਾਬੀ ਬੋਲ, ਤੂੰ ਪੰਜਾਬੀ ਦਾ ਸ਼ਾਇਰ ਹੈ ਅਤੇ ਅਸੀਂ ਪੰਜਾਬੀ 'ਚ ਗੁਫ਼ਤਗੂ ਕਰਨਾ, ਈਜ਼ੀ ਹੈ। ਵਰਨਾ ਇੰਟਰਵਿਊ ਦਿੰਦੇ ਆ ਨਾ, ਮਰੋੜਾ ਜਿਹਾ ਪੈ ਜਾਂਦਾ ਜ਼ੁਬਾਨ ਨੂੰ ਉਰਦੂ ਬੋਲ ਬੋਲ ਕੇ, ਅਤੇ ਉਹ ਫਿਰ ਇਹ ਈਜ਼ੀ ਰਹਿੰਦਾ। ਅਤੇ ਵਫਾ ਸਾਹਿਬ, ਤੁਹਾਡਾ ਕੋਈ ਆਪਣਾ ਪਸੰਦੀਦਾ ਸ਼ੇਰ? ਮੈਂ ਜਿਸ ਤਰ੍ਹਾਂ ਦੂਸਰੇ ਦੀਆਂ ਪਸੰਦ ਬਦਲਦੀਆਂ ਰਹਿੰਦੀਆਂ, ਮੈਂ ਵੀ ਆਪਣੇ ਆਪ ਨੂੰ ਕਦੀ ਕਦੀ ਚੰਗਾ ਅਤੇ ਕਦੀ ਕਦੀ ਬੁਰਾ ਲੱਗਣਾ ਸ਼ੁਰੂ ਹੋ ਜਾਂਦਾ। ਮੈਨੂੰ ਕਈ ਦਫਾ ਅੱਛੀਆਂ ਨਹੀਂ ਲੱਗਦੀਆਂ, ਯਾਰ ਇਹ ਕੀ ਬਕਵਾਸ ਕੀਤੀ ਹੈ, ਨਹੀਂ ਠੀਕ ਨਹੀਂ ਹੈ, ਅਤੇ ਪਤਾ ਨਹੀਂ ਪਸੰਦੀਦਾ ਕੀ ਹੈ। ਕਈ ਦਫਾ ਤਾਂ ਸੁਣਾਉਣ 'ਤੇ ਵੀ ਨਹੀਂ ਦਿਲ ਕਰਦਾ, ਯਕੀਨ ਕਰ। ਆਪਣਾ ਇਹ 2 ਸ਼ੇਰ ਨੇ, ਸ਼ਾਇਦ ਮੈਨੂੰ ਯਾਦ ਆ ਜਾਣ। कोई दिल जोई नहीं, वाह, कोई पजीराई नहीं, कोई दिल जोई नहीं, कोई पजीराई नहीं, ज़ख्म का ज़ख्म मदावा है, मसीहाई नहीं। वाह 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 वाह। कोई दिल जोई नहीं, कोई पजीराई नहीं, ज़ख्म का ज़ख्म मदावा है, मसीहाई नहीं। ਦੂਜਾ ਮੈਨੂੰ ਭੁੱਲ ਗਿਆ, ਤਾਜ਼ੇ ਸ਼ੇਰ ਸਨ, ਮੈਨੂੰ ਨਹੀਂ। ਉਰਦੂ ਦੀ ਗਜ਼ਲ, ਉਸ ਤੋਂ ਬਾਅਦ ਫਿਰ ਪੰਜਾਬੀ। ਉਰਦੂ ਦੀ ਗਜ਼ਲ ਹੁਣ ਤੁਹਾਨੂੰ ਐਸੀ ਤਨਹਾਈ, ਇਹ ਬੜੀ ਵਾਰੀ ਸੁਣਾਈ ਹੈ। ਐਸੇ ਨਾ ਜਿਹੜੀਆਂ ਮੈਨੂੰ ਉਹਨਾਂ ਨਾਲ ਵੀ ਚਿੜ ਹੋ ਜਾਂਦੀ ਹੈ, ਆਪਣੇ ਲਿਖੇ ਨਾਲ ਹੀ।
जिसले ਉਹੀ ਕਹੀ ਜਾਣਾ ਲੋਕ ਐ ਸੁਣਾਓ ਉਹ ਸੁਣਾਓ ਬੰਦਾ ਕਹਿੰਦਾ ਯਾਰ ਮੈਂ ਹੋਰ ਵੀ ਲਿਖਿਆ ਤੁਸੀਂ ਸੁਣਾਓ ਜਿਹੜੀਆਂ ਇਹ ਕੀ ਆਪਣਾ लो जी गज़ल है एक। जागता रहता हूँ और खिड़की खुली रहती है, ਵਾਹ क्या खुशी है कि मुसीबत ही पड़ी रहती है। ਵਾਹ 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 जागता रहता हूँ और खिड़की खुली रहती है, क्या खुशी है कि मुसीबत ही पड़ी रहती है। इतनी दीवारें गिराकर भी यही देखा है, इतनी दीवारें गिराकर भी यही देखा है। एक दीवार मेरी राह में खड़ी रहती है। वाह 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 वाह। इतनी दीवारें गिराकर भी यही देखा है, एक दीवार मेरी राह में खड़ी रहती है। बाग में बिखरे हुए रंग बहुत जालिम हैं, बाग में बिखरे हुए रंग बहुत जालिम हैं, बाज गोशों में तो वीरानी पड़ी रहती है, वाह 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 वाह। बाज गोशों में तो वीरानी पड़ी रहती है। हिज्र में वसल के फल फूल खिले रहते हैं, वाह शाख बिछड़े हुए मौसम से भरी रहती है। सुभान अल्लाह सुभान अल्लाह। हिज्र में वसल के फल फूल खिले रहते हैं, शाख बिछड़े हुए मौसम से भरी रहती है। एक वीराना है, एक वीराना है जो शहर को खा जाता है, है एक वीराना है जो शहर को खा जाता है। एक बस्ती है जो जंगल में बसी रहती है, वाह 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 वाह। एक वीराना है जो शहर को खा जाता है, एक बस्ती है जो जंगल में बसी रहती है। एक अजीब ਜਿਹੀ शेर है, पर कदी अच्छा लगता है कदी अजीब लगता है। अब वो खुश चेहरा सी खातून कहाँ पर होगी, वाह विचों विचों इस तरह दे भी होने हैं ना सी। होने चाहिए। अब वो खुश चेहरा सी खातून का खातून कहाँ पर होगी, फिक्र सी कोई मेरे जी को लगी रहती। वाह 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 वाह। अब वो खुश चेहरा सी खातून कहाँ पर होगी, होगी फिक्र सी कोई मेरे जी को लगी रहती है। हद से बढ़ती हुई वहशत भी अजब शय है वफा, वाह मेरे चेहरे पे किसी गम की हंसी रहती है। वाह 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 वाह। हद से बढ़ती हुई वहशत भी अजब शय है वफा, मेरे चेहरे पे किसी गम की हंसी रहती है। मौसम गिरिया गुज़र जाता है मकसूद वफा, वाह मेरी दीवार पे बारिश की नमी रहती है। वाह 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 वाह। सुभान मौसम गिरिया गुज़र जाता है अल्लाह मकसूद सुभान अल्लाह। वफा, वाह वाह वाह। मेरी दीवार पे बारिश की नमी रहती है। वफा साहब वो एक आपकी थी एक ताड़ी सी कि ये भी क्या तखल्लुस है कि मकसूद वफा याद नहीं होनी है है शेर। और मेरे नाम ये भी क्या मेरा तखल्लुस है कि मकसूद वफा, कोई इल्ज़ाम है और कि कोई इल्ज़ाम सा है और मेरे नाम नाम पे है। ये भी क्या मेरा तखल्लुस है कि मकसूद, कोई इल्ज़ाम सा है और मेरे नाम पे है। आपे ही सामै कखों हौला, वाह आपे ही सामै कखों होला। आपे ही सामै कुल खुदाई, वाह आपे ही ठार बनाई नाले, आपे ही अपनी कुली ढाई। वाह 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 वाह। आपे ही सामै कखों हौला, आपे ही सामै कुल खुदाई, आपे ही ठार बनाई नाले, आपे ही अपनी कुली ढाई, आपे ही छाल चना विच मारी, वाह आपे ही पट तो बूटी लाई। वाह 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 वाह। आपे ही छाल चना विच मारी, आपे ही पट तो बूटी लाई, आपे ही शुकर मार डराया अपने अंदर कल्ले नूं, नाले सूली चाड़ के हसिया अपने सच नगल्ले नूं, हाय हाय हाय। नाले लीरां लाई खुदाई, नाले सब्र दा झोला सीता, नाले मुनकर काफर होए, नाले शुक्र खुदा दा कीता। हाय 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 हाय। सुभान अल्लाह सुभान अल्लाह। वाह